सतनाम श्री वाहिगुरु साहिब जी। एक ओंकार सतनाम करता पुरख निरभउ निर्वैर अकाल मूरत आजुनी सैभं गुर प्रसाद। बलिहारी गुर अपने दिहाड़ी सदवार जिन मानस ते देवते कीए करत न लागी बार। जे सौ चंदा उगवै सूरज चढ़े हजार इते चानण होंदियां गुर बिन घोर अंधार। सो कहो टल गुर सेवियै अहनिस सहज सुभाए। दर्शन परसै गुरु कै जन्म मरण दुख जाए। होवै सिफत खसम दी नूर अरसों कुरसों चटीऐ। तुद डिठे सच्चे पातशाह माल जन्म जन्म दी कटीऐ। तुद डिठे सच्चे पातशाह माल जन्म जन्म दी कटीऐ। वाहिगुरु जी। सोरठ महला नवा। मन रे कौन को मत तै लीनी परदारा निंदिया रस रच्यो। राम भगत नह कीनी मन रे कौन को मत तै लीनी परदारा निंदिया रस रच्यो। राम भगत नह कीनी रहाओ। मुक्त पंथ जान्यो तै नाहिन धन जोरन को ताया। अंत संग काहू नहीं दीना बिरथा आप बंधाया। ना हर भजियो ना गुरजन सेवियो नह उपजियो कछ ज्ञाना। घट ही माहे निरंजन तेरै तैं खोजत उदयन्ना। बहुत जन्म भरमत तै हारियो अस्थिर मत नहीं पाई। मानस देह पाए पद हर भज नानक बात बताई।
बहुत जन्म परमत तै हारियो, आस थिर मत नहीं पाई। मानस देह पाए पद हर भज, नानक बात बताई। वाहिगुरु जी का खालसा, वाहिगुरु जी की फतेह। वाहिगुरु जी धर जी अरे एक टेक तो लाह बिडानी आस, नानक नाम ते आई है कारज आवे रास। जेता जियो पिंड सब तेरा, तू अंतर जामी पुरख प्रधान। दासन दास कह जन नानक, जे हाथों कराहे तेहा हौ करी बखियान। दासन दास कह जन नानक, जे हाथों कराहे तेहा हौ करी बखियान। वाहिगुरु जी फुनहे महला पंजेवा, एक ओंकार सतगुर प्रसाद। हाथ कलम अगम मस्तक लेखावती, उर्ज रह्यो सब संग अनूप रूपावती। उस्तत कह न जाए मुखो तुहारिया, मोहि देख दर्श नानक बलिहारिया। संत सभा में बैस के कीरत में कहाँ, अरपी सब सिंगार एहो जियो सब दीवान। आस प्यासी सेज सुकंत बिछाइए, हरे हाँ मस्तक होवे भाग। ता साजन पाइए, आस प्यासी सेज सुकंत बिछाइए, हरे हाँ मस्तक होवे भाग। ता साजन पाइए। परम सन्मानयोग सतगुरां दी साजी निवाजी गुरु प्यारी साध संगत जीओ, बड़ भागे हाँ जो रोजाना की तरह साहिब सतगुरु श्री गुरु ग्रंथ साहिब महाराज जी की पावन हजूरी दे अंदर अमृत वेले तो हाजरियां भर के जीवन सफला कर रहे हैं। गुरु की बाणी दे पाठ प्रेम से श्रवण कीते हैं। उपरंत
ਮੁਖਵਾਕ ਲੜੀਵਾਰ ਚੱਲ ਰਹੀ ਵਿਚਾਰ ਵਿੱਚੋਂ ਸਾਹਿਬਾਨ ਦੇ ਬਚਨਾਂ ਦਾ ਪਾਠ ਪ੍ਰੇਮ ਨਾਲ ਸ਼ਰਵਣ ਕੀਤਾ ਹੈ। ਅੱਜ ਦੇ ਪਾਵਨ ਬਚਨਾਂ ਵਿੱਚ ਫੁਨਹੇ ਮਹੱਲਾ ਪੰਜਵਾਂ ਦੀ ਵਿਚਾਰ ਆਰੰਭ ਹੋ ਰਹੀ ਹੈ। ਫੁਨਹੇ ਦਾ ਸ਼ਬਦਿਕ ਜਿਹੜਾ ਅਰਥ ਹੈ, ਫੁਨਹੇ ਬਣਿਆ ਹੈ ਫੁਨ ਸ਼ਬਦ ਤੋਂ, ਤੇ ਫੁਨ ਦਾ ਭਾਵ ਹੁੰਦਾ ਹੈ ਬਾਰ-ਬਾਰ ਆਉਣ ਵਾਲਾ ਸ਼ਬਦ। ਅੱਜ ਦੇ ਜਿਹੜੇ ਪਾਵਨ ਬਚਨਾਂ ਦੀ ਵਿਚਾਰ ਆਰੰਭ ਹੋ ਰਹੀ ਹੈ, ਇਹਨਾਂ ਪਾਵਨ ਬਚਨਾਂ ਦੇ ਅੰਦਰ ਹਰਿਹਾ ਸ਼ਬਦ ਹਰ ਬੰਦ ਵਿੱਚ ਬਾਰ-ਬਾਰ ਆਉਂਦਾ ਹੈ, ਇਸ ਕਰਕੇ ਇਹਨੂੰ ਫੁਨਹੇ ਕਿਹਾ ਗਿਆ ਹੈ। ਜਿਸ ਸ਼ਬਦ ਵਿੱਚ ਹਰੇਕ ਬੰਦ ਵਿੱਚ ਇੱਕ ਵਿਸ਼ੇਸ਼ ਸ਼ਬਦ ਵਾਰ-ਵਾਰ ਆਉਂਦਾ ਹੋਵੇ ਉਹਨੂੰ ਫੁਨਹੇ ਕਿਹਾ ਜਾਂਦਾ ਹੈ। ਤੇ ਸਤਿਗੁਰੂ ਜੀ ਵਾਰ-ਵਾਰ ਅੱਜ ਦੇ ਪਾਵਨ ਬਚਨਾਂ ਵਿੱਚ ਮਾਲਕ ਦੀ ਉਸਤਤ ਕਰ ਰਹੇ ਨੇ, ਸਿਫਤ ਸਲਾਹਣਾ ਕਰ ਰਹੇ ਨੇ। ਆਓ ਸਾਹਿਬਾਨ ਦੇ ਪਾਵਨ ਚਰਨਾਂ ਵਿੱਚ ਜੁੜ ਕੇ ਵਿਚਾਰ ਦੀ ਰਮਤਾ ਕਰੀਏ, ਪ੍ਰੇਮ ਨਾਲ ਗੁਰਫਤਿਹ ਦੀ ਸਾਂਝ ਪਾਈਏ। ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੇ ਬਖਸ਼ਿਸ਼ ਕੀਤੇ ਪਾਵਨ ਬਚਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1361 ਉੱਤੇ ਸੁਭਾਏਮਾਨ ਹਨ। ਜਿਵੇਂ ਕਿ ਪਿਛਲੇ ਦਿਨਾਂ ਵਿੱਚ ਆਪਾਂ ਨੇ ਵਿਚਾਰ ਕੀਤੀ ਸੀ ਕਿ ਸਤਿਗੁਰਾਂ ਦੀ ਬਾਣੀ ਦੇ ਅੰਦਰ ਜੈਜਵੰਤੀ ਰਾਗ ਤੋਂ ਅੱਗੇ ਰਾਗ ਰਹਿਤ ਬਾਣੀ ਹੈ। ਉਹਦੇ ਵਿੱਚ ਆਪਾਂ ਪਹਿਲਾਂ ਸਹਿਸਕ੍ਰਿਤੀ ਸ਼ਲੋਕਾਂ ਦੀ ਵਿਚਾਰ ਕੀਤੀ। ਸਹਿਸਕ੍ਰਿਤੀ ਸ਼ਲੋਕਾਂ ਦੀ ਵਿਚਾਰ ਦੀ ਸਮਾਪਤੀ ਤੋਂ ਉਪਰੰਤ ਮਹੱਲਾ ਪੰਜਵਾਂ ਗਾਥਾ ਬਾਣੀ ਦੀ ਕੱਲ੍ਹ ਤੱਕ ਵਿਚਾਰ ਕੀਤੀ। ਅੱਜ ਦੇ ਇਹ ਪਾਵਨ ਬਚਨ ਵੀ ਰਾਗ ਰਹਿਤ ਬਾਣੀ ਹੈ। ਫੁਨਹੇ ਮਹੱਲਾ ਪੰਜਵਾਂ ਦੇ ਸਰਲੇਖ ਹੇਠ ਦਰਜ ਹੈ। ਪੰਜਵੇਂ ਪਾਤਸ਼ਾਹ ਜੀ ਨੇ ਪਾਵਨ ਬਚਨ ਉਚਾਰਨ ਕੀਤੇ ਨੇ। ਆਓ ਸਾਹਿਬ ਕਿਰਪਾ ਕਰਦੇ ਨੇ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਵਾਹਿਗੁਰੂ ਪ੍ਰਮਾਤਮਾ ਜੀ ਏਕ ਹਨ। ਬਾਕੀ ਦਾ ਸਾਰਾ ਪਸਾਰਾ ਉਸ ਮਾਲਕ ਦਾ ਹੈ। ਆਪ ਹੀ ਬਣਾਉਣ ਵਾਲਾ ਹੈ, ਆਪ ਹੀ ਵਿੱਚ ਵਸਿਆ ਹੈ, ਆਪ ਹੀ ਵਿਨਾਸ਼ ਕਰਨ ਵਾਲਾ ਹੈ। ਸਾਰਾ ਕੁਝ ਉਹਦੇ ਹੱਥ ਵਿੱਚ ਹੈ। ਉਹ ਇੱਕ ਅਦੁੱਤੀ ਪਰਮਾਤਮਾ ਸਤਿਗੁਰਾਂ ਦੀ ਕਿਰਪਾ ਸਦਕਾ ਜਾਣਿਆ ਜਾਂਦਾ ਹੈ। ਗੁਰੂ ਦੀ ਕਿਰਪਾ ਸਦਕਾ ਹੀ ਉਹਦੀ ਪਹਿਚਾਣ ਹੁੰਦੀ ਹੈ। ਸਤਿਗੁਰੂ ਜੀ ਬਚਨਾਂ ਦੀ ਆਰੰਭਤਾ ਕਰਦੇ ਨੇ। ਹਾਥ ਕਲਮ ਅਗੰਮ ਮਸਤਕ ਲੇਖਾਵਤੀ। ਸਾਹਿਬ ਜੀ ਕਹਿੰਦੇ ਹਾਥ ਕਲਮ, ਕਲਮ ਦਾ ਅਰਥ ਹੁੰਦਾ ਕਲਮ। ਰੱਬ ਦੇ ਹੱਥ ਵਿੱਚ ਕਲਮ ਪਕੜੀ ਹੋਈ ਹੈ। ਹਾਥ ਕਲਮ ਅਗੰਮ, ਅਗੰਮ ਦਾ ਭਾਵ ਹੈ ਪਰਮਾਤਮਾ ਜਿਹਦੇ ਤੱਕ ਸਾਡੀ ਪਹੁੰਚ ਨਹੀਂ ਹੈ। ਅਗੰਮ ਅਵਿਨਾਸ਼ੀ ਪਰਮਾਤਮਾ ਜੀ ਨੇ ਆਪਣੇ ਹੱਥ ਵਿੱਚ ਹੁਕਮ ਦੀ ਕਲਮ ਪਕੜ ਰੱਖੀ ਹੈ। ਹੁਕਮ ਨਿਰੰਤਰ ਚੱਲ ਰਿਹਾ ਹੈ, ਕਿਉਂਕਿ ਅਸੀਂ ਤਾਂ ਇੱਕ ਹੱਥ ਨਾਲ ਲਿਖਦੇ ਹਾਂ। ਹੋ ਸਕਦਾ ਕਿਸੇ ਪ੍ਰਾਣੀ ਦੀ ਪ੍ਰੈਕਟਿਸ ਹੋਵੇ, ਦੋਵੇਂ ਹੱਥਾਂ ਨਾਲ ਇਕੱਠਿਆਂ ਵੀ ਲਿਖ ਲੈਂਦਾ ਹੋਵੇ, ਪਰ ਪਰਮਾਤਮਾ ਜੀ ਦੇ ਹੱਥ ਵਿੱਚ ਜਿਹੜੀ ਕਲਮ ਹੈ ਉਹ ਹੈ ਹੁਕਮ ਦੀ। ਇਹ ਨਹੀਂ ਕਿ ਉਹ ਵਿਸ਼ੇਸ਼ ਕਰਕੇ ਹੱਥ ਵਿੱਚ ਕਲਮ ਪਕੜ ਕੇ ਬੈਠਾ ਹੈ, ਫਿਰ ਇਕੱਲੇ ਇਕੱਲੇ ਨੂੰ ਲਿਖ ਰਿਹਾ ਹੈ। ਉਹਦੇ ਹੁਕਮ ਦੀ ਕਲਮ ਚੱਲਦੀ ਹੈ, ਰੱਬੀ ਹੁਕਮ ਚੱਲਦਾ ਹੈ। ਸਾਹਿਬ ਜੀ ਕਹਿੰਦੇ ਹਾਥ ਕਲਮ ਅਗੰਮ ਮਸਤਕ ਲੇਖਾਵਤੀ। ਹੁਣ ਰੱਬ ਦੀ ਕਲਮ ਕੀ ਲਿਖਦੀ ਹੈ? ਸਾਹਿਬ ਜੀ ਕਹਿੰਦੇ ਮਸਤਕ ਦੇ ਲੇਖ ਲਿਖਦੀ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਬੰਦੇ ਦੇ ਭਾਗ ਲਿਖਦੀ ਹੈ, ਬੰਦੇ ਦੇ ਕਰਮ ਲਿਖਦੀ ਹੈ। ਹੁਣ ਕਲਮ ਰੱਬ ਦੀ ਹੈ, ਲੇਖ ਪਰਮਾਤਮਾ ਜੀ ਸਾਰੇ ਜੀਵਾਂ ਦੇ ਲਿਖ ਰਹੇ ਨੇ। ਪਰ ਇਹ ਵੀ ਗੱਲ ਨਾਲ ਧਿਆਨ ਵਿੱਚ ਰੱਖਣ ਦੀ ਹੈ
कि कर्मी आपो अपनी के नेड़े के दूर। परमात्मा जी साडे मस्तक ते हुक्म दी कलम नाल लेख लिखते ने, पर लिखते ने साडे ही कर्मां नूं वेख के। जिस तरह के कर्म असीं करते हैं, साडे कर्मां दे आधार ते साडा जीवन निर्धारित होंदा है, उसे तरह के लेख लिखे जाते हैं। मालिक जी ने तो सानू ये बचन कह दिते, जेहा बीजै सो लुणै कर्मा संदड़ा खेत। सतगुरु कहते कुछ मर्जी बीज लै, कुछ मर्जी कर्म कर लै, भावें चंगे कर लै ते भावें बुरे कर लै। जे बुरे कर्म करांगे लेख उस तरह के लिखे जाणगे, जे शुभ कर्म करांगे लेख उस तरह के लिखे जावणगे। लेख परमात्मा जी दे हुक्म अनुसार ही लिखे जाते ने, पर लिखे जाते ने बंदे दे कर्मां नूं वेख के। देखदा है परमात्मा सारा, क्योंकि जदों असीं कोई गलती करते हाँ जां कोई बुरे काम करते हैं, असीं कह दिंदे हां जी रब ने लेख इस तरह के लिखे ने, अपना दोष रब नूं दे दिंदे। पर गलतियां बंदे दी अपनियां ने, औगण बंदे दे अपने ने, उन्होंने असी रब ते नहीं सड़ सकते। हाँ उस कर्म का लेख जिहड़ा है, उस कर्म का नतीजा वो मालिक के हुक्म अनुसार ही निकलता है। कर्म करन प्रति असी सुतंत्र हाँ, कोई बंदा नहीं, परंतु कर्मां दे फल भोगण प्रति असी सुतंत्र नहीं हाँ, वो रब्बी हुक्म अनुसार भोगने ही पैणगे। इस करके साहब अज वचन करते हैं, कहते अपहुंच परमात्मा जी उहदे हुक्म दी कलम है, उहदे हाथ विच कलम है, जीवां दे मस्तक ते लेख लिख रहा है। उर्ज रहियो सब संग अनूप रूपावती। उर्ज रहियो, उर्ज दा भाव है बिचे ही ओत पोत होया पिया। जिमें कई बारी धागा उलझ जाता है बिचे, उस तरह परमात्मा जी संसार दे विचे ही उलझे हुए ने। ये नहीं कि बंदा बना दिता तो बंदे विच रब ने अपनी जोत रखी ना होवे। हाँ जिमें कोई तस्वीर कोई चित्रकार बना दिंदा है, कोई मूर्ति नूं घड़न वाला मूर्ति नूं घड़ दिंदा है। हुण तस्वीर हो सकता है साडे घर विच है, पर उन्होंने बनाने वाला नहीं पता कित्थे है, वो अलग हो जाता है। मूर्ति हो सकता है किसी मंदिर विच होवे, किसी घर विच पई होवे, पर उसनों बनाने वाला वो अलग रहिंदा है, वखरी थां ते चला जाता है। पर जिहड़ियां मूर्तां रब ने साडियां घड़ियां ने, सतगुरु कहंदे इन्हां मूर्तां दे अंदर ही वसदा है। उर्ज रहे हो सब संग, ये नहीं कि अमीर बंदे विच ज़्यादा होवे, गरीब च घट होवे, कीड़ी च घट होवे ते हाथी विच वध होवे, नहीं सारियां विच इक्को ही जोत है, आप ही वसिया होया है। साहब जी कहंदे उर्ज रहे हो सब संग अनूप रूपावती। वो बड़े सुंदर रूप वाला परमात्मा सारियां जीवां विच ही वसिया होया है। घट घट के अंतर की जानत, सारा कुछ जानता है क्योंकि अंदर वसिया होया है। जिथे मर्जी वेख लईए हर जगह ते ही उहदा वास है, कण कण विच मौजूद है, जरे जरे विच वसिया होया है। साहब जी कहंदे वो वखरा नहीं हो सकता। जे असीं कहीए बंदे चों रब वखरा कर दिओ, बंदे चों रब वखरा करांगे पंज तत्त ही रह जावण, ये मिट्टी दी ढेरी बन जाएगी। हर वेले साडे विच ही समाया होया, कदे भी इत्थों तक जिहड़ा चोर भी है, चोर विच भी रब दी जोत है, उहदे ही जोत नाल ही चलदा है। सारे संसार विच पसारा उसे दे। साहब कहंदे ने उस्तत कहण न जाए मुखो तुहारिया। हे परमात्मा जी तुसीं किड्डे बेअंत हो,
जितने जीव ने सारियां दे मस्तक ते लेख तुहाडी कलम लिख रही है, तुहाडा हुक्म सारियां ते चलदा है। ते मालिक जी तुसीं सारियां विच वसे भी होए हो, किवें तुहाडी उस्तत करां, की कह के तुहाडी वडियाई करां। उस्तत कह ना जाए मुखो तुहारी है मालिका, तेरी वडियाई मूँह नाल किवें करां। साडे कोले शब्द ही मुक जांदे ने, साडे कोले तां शब्दावली नहीं है। साडी शब्दावली दे अंदर कुछ क शब्द ने, किन्नी को तेरी वडियाई करी जाइए। ठीक है, तेनों बेअंत कह दिंदे हाँ, अपहुँच कह दिंदे हाँ, तेनों बेपरवाह कह दिंदे हाँ। इस तो बिना साडे कोले होर शब्द किहड़े ने। ते इस करके साहब जी कहंदे ने, हे मालिक जी साडी जवान विच समर्था ही नहीं है तेरे गुण गा सकीए। ते साडे हालात की ने, परमात्मा की तो वडियाई इतनी वड्डी है, उहदे गुण जवान दे नाल बयान ही नहीं किए जा सकते। पर बंदा जितने को गुण गाउंदा है वह भी गिण गिण के गाउंदा है। उस मालिक के गुणों का कोई अंत नहीं। साहब जी कहते इस मूँह नाल मालिक का की सिफत करिए। पर जे बंदा कुछ गा भी रहा है, वो कह रहा जी अज इतने बार रब नूं याद करिया, गिण गिण के बंदा गा रहा। हुण सतगुरु के बचनों मुताबिक चलांगे तो भरम मिट जावणगे, क्योंकि गुरु के बचन असीं बाणी विच पढ़ते हैं रोज़। एक दू जी भाओ लख हो है, लख होवैं लख बीस, लख लख गेड़ा आखिए एक नाम जगदीश। सतगुरु कहते साडी तां एक जेबा है, एक मूँह है साडे कोले। एक दू जी पाओ लख होए, साडियां एक जीव तो लखां जीवां हो जावन। लख होवे लख बीस, लख दी भी 20 गुणा हो जाए, 20 लख जीवां हो जावन। लख लख गेड़ा आखिए एक नाम जगदीश। हुण 20 लख जीवां दे नाल लख लख वारी परमात्मा दा किते सिमरन करिए, उहदी सिफत सलाह करिए, तां भी उहदा अंत नहीं पा सकते। ते बंदा एक जवान दे नाल गुण गा रहा है, वो भी गिण के गा रहा है। इन्ने बार ध्याया जी अज रब, इन्ने बारी याद करिया। हजूर कहते परमात्मा जी का कोई अंत नहीं है। उस्तत कह न जाए मुखो तुहारिया, मोहि देख दर्श नानक बलिहारिया। हे मालिक जी, साहब गुरु अर्जन साहब महाराज बचन करते हैं, हे नानक जी रब के दर्शनों नूं वेख के मन मोहिया गया। जिमें जिमें मालिक जी के दर्शन करते हैं, इस कुदरत के विचों, इस ब्रह्मंड के विचों दी खेड नूं वेखदे हाँ, एडी वड्डी उस मालिक की खेड है। इनू वेख के बंदा आस-आस कर उठता है कि मालिक कितना तू बेअंत है, किवें तू सारे ब्रह्मंड नूं चला रहा है। एक एक चीज़ सारी सिस्टम में चल रही है। इस करके साहब कहते हैं, हे मालिका तेरे दर्शनों नूं वेख के, तेरी कुदरत नूं वेख के मैं बलिहार जा रहा हाँ, कुर्बान जा रहा हाँ। हजूर फिर कृपा करते ने, संत सभा में बैस के कीरत मैं कहाँ। हजूर कहते हे मालिका तू एडा बेअंत है। रब दे प्यारियां दी संगत विच बैठ के, संत सभा में बैस, तेरे प्यारियां दी संगत विच बैठ के कीरत मैं कहाँ, मैं तेरी कीर्ति करदा रवां, ये दात दे। बचन गुरु की बाणी दे पढ़दे हैं, बिसर नाही दातार अपना नाम देहो, गुण गावां दिन रात नानक चाहो एहो। ये बेनती सिख करे कि मालिका तेरे प्यारियां दी संगत विच बैठ के किते तेरे नाल जुड़ना आ जाए, सिफत सलाह करनी आ जाए, तेरे गुण गाने आ जावन। ते साहब जी कहते संत सभा में बैस के कीरत मैं कहाँ, अरपी सब सिंगार एहो जियो सब दीवान। हे मालिक जी मैं तेरे चरणों में अपना सारा सिंगार अर्पण कर दिया। हुण एक है तन का सिंगार, तन नूं सिंगारन वास्ते संसार विच बड़े सारियां चीज़ां ने।
ਇੱਕ ਹੈ ਮਨ ਦਾ ਸਿੰਗਾਰ। ਮਨ ਵੀ ਸਿੰਗਾਰਿਆ ਜਾਂਦਾ ਹੈ। ਜੇ ਮਨ ਸਿੰਗਾਰਿਆ ਹੋਵੇ ਮਨ ਖੂਬਸੂਰਤ ਹੋ ਜਾਂਦਾ ਹੈ, ਪਰ ਮਨ ਸਿੰਗਾਰਿਆ ਜਾਂਦਾ ਹੈ ਚੰਗੀ ਵਿਚਾਰਾਂ ਦੇ ਨਾਲ, ਮਨ ਸਿੰਗਾਰਿਆ ਜਾਂਦਾ ਹੈ ਸੋਹਣੇ ਗੁਣਾਂ ਦੇ ਨਾਲ, ਚੱਜ ਆਚਾਰ ਦੇ ਨਾਲ। ਹੁਣ ਜਿਹੜੇ ਪਿਆਰਿਆਂ ਨੇ ਆਪਣੇ ਮਨ ਨੂੰ ਸਿੰਗਾਰਿਆ, ਸਿੰਗਾਰਿਆ ਹੋਇਆ ਮਨ, ਸਾਹਿਬ ਜੀ ਕਹਿੰਦੇ ਅਰਪੇ ਸਭ ਸਿੰਗਾਰ। ਹੇ ਮਾਲਕ ਜੀ, ਮੈਂ ਆਪਣੇ ਜੀਵਨ ਦਾ ਸਿੰਗਾਰ ਆਪਣੇ ਗੁਣ ਤੇਰੇ ਚਰਨਾਂ ਵਿੱਚ ਸਮਰਪਿਤ ਕਰ ਦੇਵਾਂ। ਇਹ ਜੀਓ ਸਭ ਦਿਵਾ, ਮੈਂ ਆਪਣੀ ਜਿੰਦ ਹੀ ਤੇਰੇ ਚਰਨਾਂ ਵਿੱਚ ਰੱਖਣ ਵਾਸਤੇ ਤਿਆਰ ਹਾਂ। ਕਿਉਂਕਿ ਜੇ ਤੇਰੇ ਨਾਲ ਪ੍ਰੇਮ ਬਣ ਜਾਏ, ਤੇਰੇ ਦਰਸ਼ਨਾਂ ਵਿੱਚ ਕਿਤੇ ਮੈਂ ਜੁੜ ਜਾਵਾਂ, ਆ ਜਿੰਦ ਵੀ ਕੋਈ ਵੱਡੀ ਕੀਮਤ ਨਹੀਂ ਹੈ। ਹੁਣ ਜਿੰਦ ਸਮਰਪਣ ਕਰਨ ਦਾ, ਆਪਣਾ ਆਪਾ ਸਮਰਪਣ ਕਰਨ ਦਾ ਭਾਵ ਕੀ ਹੈ ਕਿ ਬਚਨ ਗੁਰੂ ਕੇ ਸਾਡੀ ਜੀਵਨ ਦਾ ਆਧਾਰ ਬਣ, ਸਾਡੀ ਜ਼ਿੰਦਗੀ ਗੁਰੂ ਆਸੇ ਮੁਤਾਬਕ ਚੱਲ ਸਕੇ। ਇਹ ਸਮਝ ਕੇ ਚੱਲ ਸਕੀਏ ਇਹ ਜ਼ਿੰਦਗੀ ਸਾਨੂੰ ਪ੍ਰਮਾਤਮਾ ਨੇ ਉਧਾਰੀ ਦਿੱਤੀ ਹੈ, ਇਹਦੇ ਕੋਲ ਬੜੇ ਸਾਰੇ ਫਰਜ਼ ਨੇ, ਤੇ ਉਹ ਫਰਜ਼ ਅਸੀਂ ਸਮਾਜ ਪ੍ਰਤੀ, ਆਪਣੀ ਕੌਮ ਪ੍ਰਤੀ ਨਿਭਾਉਂਦੇ ਰਹੀਏ, ਗੁਰੂ ਕੇ ਬਚਨਾਂ ਮੁਤਾਬਕ ਚੱਲੀਏ। ਤੇ ਸਾਹਿਬ ਜੀ ਕਹਿੰਦੇ ਮਾਲਕ ਜੀ, ਮੈਂ ਸਾਰਾ ਕੁਝ ਤੇਰੇ ਚਰਨਾਂ ਵਿੱਚ ਸਮਰਪਿਤ ਕਰਨ ਵਾਸਤੇ ਤਿਆਰ ਹਾਂ। ਆਸ ਪਿਆਸੀ ਸੇਜ ਸੋ ਕੰਤ ਵਿਸਾਹੀ ਹੈ। ਇਹ ਆਸ ਹੈ ਸਾਹਿਬ ਜੀ ਕਹਿੰਦੇ ਮੇਰੇ ਮਨ ਵਿੱਚ ਕਿ ਜਿਹੜੀ ਹਿਰਦੇ ਦੀ ਸੇਜ ਹੈ, ਘਰ ਵਿੱਚ ਸੇਜ ਹੁੰਦੀ ਹੈ, ਅਸੀਂ ਬੈੱਡ ਕਹਿ ਦਿੰਦੇ ਹਾਂ, ਜਿੱਥੇ ਬੰਦਾ ਵਿਸ਼ਰਾਮ ਕਰਦਾ। ਸਤਿਗੁਰੂ ਕਹਿੰਦੇ ਹੇ ਪ੍ਰਮਾਤਮਾ ਜੀ, ਮੈਂ ਆਪਣੇ ਹਿਰਦੇ ਦੀ ਸੇਜ ਵਿਸਾ ਲਈਏ, ਕਿਰਪਾ ਕਰੋ ਮੇਰੇ ਹਿਰਦੇ ਵਿੱਚ ਆ ਕੇ ਸੋਹਣੀ ਸੇਜ ਤੇ ਸਜਣਾ ਕਰੋ। ਕਿਉਂਕਿ ਅੰਦਰ ਪ੍ਰਮਾਤਮਾ ਜੀ ਨੂੰ ਅਸੀਂ ਬਿਠਾਉਣਾ ਚਾਹੁੰਦੇ ਹਾਂ, ਹਿਰਦੇ ਵਿੱਚ ਵਸਾਉਣਾ ਚਾਹੁੰਦੇ ਹਾਂ, ਤੇ ਉਹ ਬੈਠਣਗੇ ਤਾਂ ਹੀ ਜੇ ਅਸੀਂ ਥਾਂ ਬਣਾਈ ਹੋਵੇਗੀ। ਹੁਣ ਜਿਵੇਂ ਕਹਿੰਦੇ ਕੋਈ ਫਕੀਰ ਸੀ, ਰੋਜ਼ ਰੱਬ ਨੂੰ ਚੇਤੇ ਕਰਨਾ, ਰੱਬਾ ਆ ਮੇਰੇ ਹਿਰਦੇ ਵਿੱਚ ਵਸ, ਤੂੰ ਕਿਰਪਾ ਕਰ ਮੇਰੇ ਅੰਦਰ ਵਸਣਾ ਕਰ। ਬੇਨਤੀਆਂ ਪੁਕਾਰਾਂ ਨੂੰ ਸੁਣਦਿਆਂ ਇੱਕ ਦਿਨ ਮਾਲਕ ਜੀ ਨੇ ਦਿਲ ਦਾ ਦਰਵਾਜ਼ਾ ਖੜਕਾਇਆ। ਸਾਹਿਬ ਜੀ ਨੇ ਬਚਨ ਕਹਿਣ ਲੱਗੇ, ਫਕੀਰ ਜੀ ਮੈਂ ਆ ਗਿਆ, ਬਿਠਾਓ। ਕਿੱਥੇ ਬਿਠਾਉਂਦੇ ਹੋ? ਕਹਿਣ ਲੱਗਾ ਜੀ ਹੁਣੇ ਮੈਂ ਬਿਠਾਉਣ ਦਾ ਪ੍ਰਬੰਧ ਕਰਦਾ। ਜਦੋਂ ਅੰਦਰ ਝਾਤੀ ਮਾਰੀ, ਜਿੱਥੇ ਪ੍ਰਮਾਤਮਾ ਨੂੰ ਬਿਠਾਉਣਾ ਸੀ ਉਸ ਥਾਂ ਦੇ ਉੱਤੇ ਵਿਕਾਰਾਂ ਨੇ ਕਬਜ਼ਾ ਕੀਤਾ ਹੋਇਆ ਸੀ। ਕਿਤੇ ਝੂਠ ਬੈਠਾ ਸੀ, ਕਿਤੇ ਨਿੰਦਿਆ, ਕਿਤੇ ਈਰਖਾ, ਕਿਤੇ ਨਫ਼ਰਤ, ਕਿਤੇ ਸਾੜਾ, ਅੰਦਰ ਔਗਣਾ ਨਾਲ ਸਾਰਾ ਭਰਿਆ ਪਿਆ, ਤੇ ਰੱਬ ਨੂੰ ਕਿੱਥੇ ਬਿਠਾਵੇ? ਤੇ ਪ੍ਰਮਾਤਮਾ ਜੀ ਨੇ ਵੇਖਿਆ ਹੁਣ ਜਦੋਂ ਬੰਦਾ ਕਾਲ ਦੇ ਵਿੱਚ ਮਾੜੀਆਂ ਆਦਤਾਂ ਨੂੰ ਤਿਆਗਣ ਦਾ ਯਤਨ ਕਰਦਾ ਹੈ, ਇੱਕ ਆਦਤ ਤਿਆਗਦਾ ਹੈ, ਦੂਜੀ ਫੇਰ ਕਰ ਜਾਂਦੀ ਹੈ। ਕਿਉਂਕਿ ਜਿੰਨਾ ਚਿਰ ਬੰਦੇ ਨੇ ਸੁਭਾਅ ਨੂੰ ਬਦਲਣ ਦਾ ਯਤਨ ਨਹੀਂ ਕਰਿਆ, ਇੱਕ ਦਿਨ ਵਿੱਚ ਨਾ ਝੂਠ ਨੂੰ ਛੱਡ ਸਕਦਾ ਹੈ, ਨਾ ਈਰਖਾ ਨੂੰ ਛੱਡ ਸਕਦਾ ਹੈ, ਨਾ ਇੱਕ ਦਿਨ ਵਿੱਚ ਅਸੀਂ ਨਿੰਦਿਆ ਕਰਨੀ ਛੱਡ ਸਕਦੇ ਹਾਂ। ਇਹ ਤਾਂ ਰੋਜ਼ ਦੀ ਪ੍ਰੈਕਟਿਸ ਹੈ। ਹੁਣ ਜਦੋਂ ਨਾ ਹੀ ਅੰਦਰੋਂ ਵਿਕਾਰ ਨਿਕਲੇ, ਪ੍ਰਮਾਤਮਾ ਨੇ ਕਿਹਾ ਫਕੀਰ ਜੀ ਮੈਂ ਤਾਂ ਫਿਰ ਆਵਾਜ਼ ਮਾਰੋਗੇ ਫਿਰ ਆ ਜਾਵਾਂਗਾ, ਪਹਿਲਾਂ ਬੈਠਣ ਦਾ ਥਾਂ ਬਣਾ ਲਓ। ਤੇ ਸਾਹਿਬ ਜੀ ਕਹਿੰਦੇ ਨੇ ਹੇ ਮਾਲਕਾ, ਮੈਂ ਅੰਦਰੋਂ ਥਾਂ ਬਣਾ ਕੇ ਬੈਠਾ ਹੋਇਆ, ਕਿਰਪਾ ਕਰ ਤੂੰ ਮੇਰੀ ਰਹਿਨੁਮਾਈ ਕਰ, ਤੂੰ ਮੈਨੂੰ ਅਗਵਾਈ ਦੇ, ਮੇਰੇ ਹਿਰਦੇ ਵਿੱਚ ਆ ਕੇ ਵਸਣਾ ਕਰ। ਹਰ ਹਾ ਮਸਤਕ ਹੋਵੇ ਭਾਗ, ਤਾਂ ਸਾਜਨ ਪਾਈਐ। ਹਰ ਹਾਂ ਹੇ ਹਰੀ ਪ੍ਰਮਾਤਮਾ ਜੀ, ਜੇ ਸਾਡੇ ਮਸਤਕ ਚੰਗੇ ਭਾਗ ਲਿਖੇ ਹੋਵਣ, ਅਸੀਂ ਸ਼ੁਭ ਕਰਮ ਕਮਾਏ ਹੋਵਣ, ਤਾਂ ਸਾਜਨ ਪਾਈਐ, ਤਾਂ ਉਹ ਪ੍ਰਮਾਤਮਾ ਜੀ ਸਾਡੇ ਘਰ ਵਿੱਚ ਆਉਂਦੇ ਨੇ। ਜੇ ਬੰਦੇ ਦੇ ਭਾਗ ਹੀ ਚੰਗੇ ਨਾ ਹੋਵਣ, ਕਰਮ ਹੀ ਬੰਦਾ ਮਾੜੇ ਕਮਾਉਂਦਾ ਹੋਵੇ, ਤੇ ਉਹ ਸਾਜਨ, ਉਹ ਵਾਹਿਗੁਰੂ ਪ੍ਰਮਾਤਮਾ ਕਦੇ ਸਾਡੇ ਘਰ ਵਿੱਚ ਨਹੀਂ ਆਵਣਗੇ, ਸਾਡੇ ਹਿਰਦੇ ਵਿੱਚ ਕਦੇ ਆ ਕੇ ਨਹੀਂ ਵਸਣਗੇ। ਇਸ ਕਰਕੇ ਯਤਨ ਕਰੀਏ, ਗੁਰੂ ਦੇ ਬਚਨਾਂ ਦੇ ਮੁਤਾਬਕ ਚੱਲੀਏ, ਕਿਉਂਕਿ ਕਲਮ ਜਿਹੜੀ ਹੈ ਮਾਲਕ ਦੇ ਹੁਕਮ ਦੀ ਚੱਲਦੀ ਹੈ, ਪਰ ਉਹ ਸਾਡੇ ਕਰਮਾਂ ਨੂੰ ਵੇਖ ਕੇ ਸਾਡੇ ਭਾਗ ਲਿਖਦਾ ਹੈ। ਇਸ ਕਰਕੇ ਆਓ ਯਤਨ ਕਰੀਏ, ਸ਼ੁਭ ਕਰਮ ਕਮਾਈਏ, ਗੁਰੂ ਬਾਣੀ ਦਾ ਆਸਰਾ ਲੈ ਕੇ ਜੀਵਨ ਨੂੰ ਸਵੱਲਾ ਬਣਾਈਏ ਜੀ, ਤਾਂ ਜੋ ਮਾਲਕ ਜੀ ਦਾ ਵਾਸਾ ਸਾਡੇ ਹਿਰਦੇ ਘਰ ਵਿੱਚ ਹੋ ਸਕੇ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਹੋਈਆਂ ਭੁੱਲਾਂ ਦੀ ਖਿਮਾ ਪ੍ਰੇਮ ਸਹਿਤ ਸਾਰੀ ਸੰਗਤ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਓੰਕਾਰ